ਹੈਲੋ, ਵੈਲਕਮ ਟੂ ਦਾ ਵਰਡ ਆਫ ਪੋਜ਼ਿਟਿਵ ਵਾਈਬਸ। ਪੋਜ਼ਿਟਿਵ ਵਾਈਬ YouTube ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ। ਅੱਜ ਆਪਾਂ ਲੈ ਕੇ ਆਏ ਹਾਂ ਜੀ ਵਾਰਡ ਅਟੈਂਡਰ ਦੇ ਪੇਪਰ ਦੀ ਤਿਆਰੀ ਲਈ ਰੇਸ਼ੋ ਐਂਡ ਪ੍ਰਪੋਰਸ਼ਨ ਦਾ ਚੈਪਟਰ ਮੈਥ ਦਾ, ਜਿਹੜਾ ਕਿ ਪਾਰਟ 1 ਹੈ। ਅੱਜ ਆਪਾਂ ਮੈਥ ਦੀ ਸੀਰੀਜ਼ ਸਟਾਰਟ ਕਰਨ ਜਾ ਰਹੇ ਹਾਂ। ਕਾफ़ी ਸਟੂਡੈਂਟਸ ਦੀ ਡਿਮਾਂਡ ਆ ਰਹੀ ਸੀ ਕਿ ਸਰ ਮੈਥ ਕਰਵਾ ਦਿਓ। ਤਾਂ ਦੇਖੋ ਰਾਜੇ, ਮੈਥ ਚਾਹੇ ਤੁਸੀਂ ਕੋਈ ਪੇਪਰ ਲੈ ਲਓ ਪੰਜਾਬ ਦਾ, ਉਹਦੀ ਤਿਆਰੀ ਕਾਮਨ ਹੁੰਦੀ ਹੈ। ਤਾਂ ਇਹਦੇ ਵਿੱਚ ਕੀ ਆ, ਮੈਂ ਦੋਨੇ ਲੈਂਗੁਏਜ 'ਚ ਕਰਵਾਊਂਗਾ, ਇੰਗਲਿਸ਼ ਅਤੇ ਪੰਜਾਬੀ ਦੇ ਵਿੱਚ। ਹੋ ਸਕਦਾ ਹੈ ਕਿ ਵਾਰਡ ਅਟੈਂਡਰ ਦੇ ਵਿੱਚ ਪੇਪਰ ਪੰਜਾਬੀ 'ਚ ਆਵੇ, ਪਰ ਬਾਕੀ ਜਿੰਨੇ ਵੀ ਪੇਪਰ ਪੰਜਾਬ ਦੇ ਹੁੰਦੇ ਆ ਉਹਦੇ ਵਿੱਚ ਦੋਨੇ ਬਹੁਤ ਲੈਂਗੁਏਜ ਆਉਂਦੀਆਂ, ਇੰਗਲਿਸ਼ ਐਂਡ ਪੰਜਾਬੀ। ਤਾਂ ਆਪਾਂ ਹਰ ਇੱਕ ਪੇਪਰ ਦੀ ਤਿਆਰੀ ਨੂੰ ਲੈ ਕੇ ਚੱਲਣਾ, ਕਿਸੇ ਖਾਸ ਪੇਪਰ ਦੀ ਤਿਆਰੀ ਨਹੀਂ ਕਰਨੀ ਗੀ, ਕਿਉਂਕਿ ਪੇਪਰ ਕੋਈ ਵੀ ਪਹਿਲਾਂ ਹੋ ਸਕਦਾ ਹੈ। ਠੀਕ ਹੈ, ਚਲੋ ਆਪਾਂ ਅੱਜ ਤਿਆਰੀ ਕਰਦੇ ਹਾਂ ਰੇਸ਼ੋ ਐਂਡ ਪ੍ਰਪੋਰਸ਼ਨ ਚੈਪਟਰ ਦੀ। ਇਹ ਚੈਪਟਰ ਮੈਂ ਸਭ ਤੋਂ ਪਹਿਲਾਂ ਤਾਂ ਲੈ ਕੇ ਆਇਆ ਮੈਥ ਦੇ ਵਿੱਚ ਕਿਉਂਕਿ ਇਹ ਕੀ ਇੱਕ ਬੇਸ ਹੈ। ਜੇ ਤੁਹਾਨੂੰ ਰੇਸ਼ੋ ਐਵਰੇਜ ਚੈਪਟਰ ਆ ਗਏ, ਸਮਝ ਲਓ ਤੁਹਾਡਾ 70 to 80% ਮੈਥ ਤੁਹਾਨੂੰ ਆਉਂਦਾ ਹੈ, ਕਿਉਂਕਿ ਰੇਸ਼ੋ ਦੇ ਨਾਲ ਹੀ ਯੂਜ਼ ਕਰਕੇ ਆਪਾਂ ਟਾਈਮ ਐਂਡ ਡਿਸਟੈਂਸ ਕੱਢ ਸਕਦੇ ਹਾਂ, ਟਾਈਮ ਐਂਡ ਵਰਕ ਕੱਢ ਸਕਦੇ ਹਾਂ, ਤਾਂ ਸਾਰਾ ਕੁਝ ਕੱਢ ਸਕਦੇ ਹਾਂ। ਅਤੇ ਤੁਹਾਨੂੰ ਸਭ ਨੂੰ ਪਤਾ ਹੈ ਕਿ ਮੈਂ ਕੋਈ ਵੀ ਸੀਰੀਜ਼ ਸਟਾਰਟ ਕਰਦਾ ਰਾਜੇ 0 ਲੈਵਲ ਤੋਂ ਲੈ ਕੇ 100 ਲੈਵਲ ਤੱਕ ਜਾਂਦੀ ਹੈ, ਅਤੇ ਅੱਜ ਦਾ ਲੈਵਲ ਰਹੂਗਾ ਬਿਲਕੁਲ 0 ਬੇਸ ਤੋਂ ਸਟਾਰਟ ਕਰਾਂਗੇ ਰੇਸ਼ੋ ਦੇ। ਜਿਨ੍ਹਾਂ ਨੂੰ ਪਹਿਲਾਂ ਆਉਂਦਾ ਉਹ ਵੀ ਦੇਖ ਲੈਣ, ਅਤੇ ਜਿਨ੍ਹਾਂ ਨੂੰ ਨਹੀਂ ਆਉਂਦਾ ਉਹ ਜ਼ਰਾ ਧਿਆਨ ਨਾਲ ਦੇਖ ਲੈਣ। ਠੀਕ ਹੈ ਜੀ, ਚਲੋ ਸਟਾਰਟ ਕਰਦੇ ਹਾਂ ਰਾਜੇ ਅੱਜ ਦੀ ਵੀਡੀਓ। ਟਾਈਮ ਨਾ ਵੇਸਟ ਕਰਦੇ ਹੋਏ ਆਪਾਂ ਕਰਨ ਜਾ ਰਹੇ ਹਾਂ ਰੇਸ਼ੋ ਐਂਡ ਪ੍ਰਪੋਰਸ਼ਨ। ਠੀਕ ਹੈ, ਰੇਸ਼ੋ ਜਿਹਨੂੰ ਆਪਾਂ ਅਨੁਪਾਤ ਬੋਲਦੇ ਹਾਂ ਪੰਜਾਬੀ ਦੇ ਵਿੱਚ। ਹੁਣ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਕਿ ਰੇਸ਼ੋ ਹੁੰਦੀ ਕੀ ਆ, ਆਪਾਂ ਕਿਉਂ ਯੂਜ਼ ਕਰਦੇ ਹਾਂ ਰਾਜੇ। ਆ ਦੇਖੋ, ਸਭ ਤੋਂ ਪਹਿਲੀ ਲਾਈਨ ਕੀ ਆ। ਅਗਰ ਆਪਾਂ ਨੂੰ ਪਤਾ ਹੀ ਨਹੀਂ ਕਿ ਆਪਾਂ ਜੋ ਟੌਪਿਕ ਪੜ੍ਹ ਰਹੇ ਹਾਂ ਉਹਦਾ ਕੰਮ ਕੀ ਹੈ, ਤਾਂ ਉਹਦੇ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਤਾਂ ਹੀ ਆਪਣਾ ਇੰਟਰਸਟ ਬਣੂਗਾ ਉਸ ਟੌਪਿਕ ਦੇ ਵਿੱਚ। ਰੇਸ਼ੋ ਹੁੰਦੀ ਕੀ ਆ ਰਾਜੇ, ਕਹਿੰਦਾ ਬੇਸਿਕਲੀ ਰੇਸ਼ੋ ਆਪਾਂ ਯੂਜ਼ ਕਰਦੇ ਹਾਂ ਕੰਪੇਅਰ ਕਰਨ ਵਾਸਤੇ ਦੋ ਨੰਬਰ ਦੀ ਵੈਲਿਊਜ਼ ਨੂੰ। ਠੀਕ ਹੈ, ਜਾਂ ਆਪਾਂ ਕਹਿ ਸਕਦੇ ਹਾਂ ਕੰਪੈਰੀਜ਼ਨ ਆਫ ਟੂ ਨੰਬਰਸ। ਦੋ ਨੰਬਰ ਨੂੰ ਆਪਾਂ ਉਹਦਾ ਕੀ ਕਰਨਾ, ਆਪਾਂ ਕੰਪੈਰੀਜ਼ਨ ਕਰਨਾ ਹੈ ਕਿ ਕਿਹੜਾ ਨੰਬਰ ਕੀ ਹੈ। ਠੀਕ ਹੈ, ਜਿਵੇਂ ਮੰਨ ਲਓ ਆਪਾਂ ਰੇਸ਼ੋ ਨੂੰ ਲਿਖਣ ਵਾਸਤੇ ਬੇਸਿਕਲੀ ਕੀ ਯੂਜ਼ ਕੀਤਾ ਜਾਂਦਾ ਰਾਜੇ, ਕੋਲਨ ਯੂਜ਼ ਕੀਤਾ ਜਾਂਦਾ। ਜਿਵੇਂ A ਰੇਸ਼ੋ B ਹੈ ਤਾਂ A ਕੋਲਨ B, ਇਹਦਾ ਮਤਲਬ ਕੀ ਹੈ 2:3। ਕੀ ਮਤਲਬ ਹੈ ਇਹਦਾ ਕਿ A ਦੀ ਵੈਲਿਊ ਕਿੰਨੀ ਹੈ 2 ਹੈ, ਅਤੇ B ਦੀ ਵੈਲਿਊ ਕਿੰਨੀ ਹੈ 3 ਹੈ। ਠੀਕ ਹੈ, ਅਤੇ ਜਿਵੇਂ ਅੱਗੇ ਇੱਕ ਹੋਰ ਐਗਜ਼ਾਮਪਲ ਦਿੱਤੀ ਹੋਈ ਹੈ 25:56, ਤਾਂ ਇਹ ਕੀ ਹੁੰਦੀ ਆ, ਰੇਸ਼ੋ ਹੁੰਦੀ ਆ। ਹੁਣ ਅਗਰ ਆਪਾਂ ਇਹਨੂੰ ਫਰੈਕਸ਼ਨ 'ਚ ਲਿਖਣਾ, ਫਰੈਕਸ਼ਨ 'ਚ ਵੀ ਲਿਖ ਸਕਦੇ ਹਾਂ। ਬਸ ਲਿਖਣ ਦਾ ਢੰਗ ਹੈ ਕਿ A ਰੇਸ਼ੋ B, A/B ਨੂੰ ਕਿਵੇਂ ਲਿਖ ਸਕਦੇ ਹਾਂ 2/3, 25/56। ਤਾਂ ਕੀ ਹੋ ਗਿਆ, ਇਹ ਰੇਸ਼ੋ ਨੂੰ ਕੀ ਕੀਤਾ ਆਪਾਂ, ਸਿਰਫ ਜਸਟ ਕੰਪੈਰੀਜ਼ਨ ਕਰ ਰਹੇ ਹਾਂ ਕਿਹਦਾ, 2 ਨੰਬਰ ਦਾ। ਇੱਥੇ ਨੰਬਰ ਕਿਹੜੇ ਨੇ, A ਅਤੇ B। ਠੀਕ ਹੈ, ਹੁਣ ਆਪਾਂ ਇਹਨੂੰ ਸਮਝਦੇ ਹਾਂ ਕਿ ਇਹ ਹੁੰਦਾ ਕੀ ਐਕਚੁਅਲ ਦੇ ਵਿੱਚ, ਕੰਪੈਰੀਜ਼ਨ ਹੁੰਦਾ ਕਿਉਂ ਕਰਦੇ ਹਾਂ ਆਪਾਂ। ਆਹ ਦੇਖੋ ਹੁਣ ਕੀ ਆ, ਅਗਰ ਆਪਾਂ ਇਹਨੂੰ ਥੋੜ੍ਹਾ ਡੂੰਘਾਈ ਦੇ ਨਾਲ ਸਮਝਾਂਗੇ। ਅਗਰ ਮੰਨ ਲਓ ਠੀਕ ਹੈ, ਇੱਥੇ ਇੱਕ ਕੀ ਹੈ, ਇੱਕ ਚਾਈਲਡ ਬੈਠਾ, ਇੱਕ ਬੱਚਾ ਬੈਠਾ, ਨਾਲ ਉਹਦੇ ਕੀ ਹੈ ਬੁੱਕਸ ਹੈ। ਹੁਣ ਮੈਂ ਤੁਹਾਨੂੰ ਕਹਿ ਦੇਵਾਂ ਕਿ ਤੁਸੀਂ ਰੇਸ਼ੋ ਕੱਢੋ। ਹੁਣ ਮੈਂ ਤੁਹਾਨੂੰ ਕਹਿ ਦੇਵਾਂ ਕਿ ਤੁਸੀਂ ਰੇਸ਼ੋ ਕੱਢੋ ਕਿਹਦੀ, ਚਾਈਲਡ ਦੀ, ਕਿਹਦੇ ਕੰਪੈਰੀਜ਼ਨ 'ਤੇ, ਬੁੱਕਸ ਦੇ ਕੰਪੈਰੀਜ਼ਨ 'ਤੇ। ਤਾਂ ਹੁਣ ਕਿਵੇਂ ਕੱਢਦੇ ਆ, ਇੱਥੇ ਨੰਬਰ ਆਫ ਚਾਈਲਡ ਕਿੰਨੇ ਆ 1, ਅਤੇ ਬੁੱਕਸ ਕਿੰਨੀਆਂ 4। ਅਤੇ ਹੁਣ ਚਾਈਲਡ ਟੂ ਬੁੱਕਸ, ਮਤਲਬ ਚਾਈਲਡ ਟੂ ਬੁੱਕਸ ਰੇਸ਼ੋ ਕਿੰਨੀ ਹੋ ਗਈ ਆਪਣੀ, 1:4 ਹੋ ਗਈ। ਮਤਲਬ ਕੀ ਆ ਕਿ ਚਾਈਲਡ ਕਿੰਨੇ ਨੇ ਉੱਥੇ, ਟੋਟਲ ਨੰਬਰ ਆਫ ਚਾਈਲਡ ਕਿੰਨੇ ਨੇ 1, ਟੋਟਲ ਨੰਬਰ ਆਫ ਬੁੱਕਸ ਕਿੰਨੀਆਂ ਨੇ 4। ਠੀਕ ਹੈ, ਤਾਂ 1 ਚਾਈਲਡ 4 ਬੁੱਕਸ। ਠੀਕ ਹੈ ਜੀ, ਇਹਨੂੰ ਕਹਿੰਦੇ ਆ ਕੰਪੈਰੀਜ਼ਨ, ਇਹਨੂੰ ਕਹਿੰਦੇ ਆ ਰੇਸ਼ੋ। ਠੀਕ ਹੈ, ਆਪਾਂ ਅਗਰ ਥੋੜ੍ਹਾ ਜਿਹਾ ਹੋਰ ਸਮਝ ਲੈਂਦੇ ਹਾਂ ਇਸ ਨੂੰ ਡੂੰਘਾਈ ਦੇ ਵਿੱਚ। ਮੰਨ ਲਓ ਮੈਂ ਤੁਹਾਨੂੰ ਕਹਿ ਦੇਵਾਂ, ਆਹ ਦੇਖੋ ਬਨਾਨਾਸ ਹੈਗੇ ਆ, ਆਹ ਹੈਗੇ ਆ ਮੌਂਕੀਜ਼। ਤਾਂ ਇਹਦੀ ਰੇਸ਼ੋ ਕੱਢਣੀ ਆ, ਤਾਂ ਬਨਾਨਾਸ ਕਿੰਨੇ ਨੇ 7, ਅਤੇ ਮੌਂਕੀ ਕਿੰਨੇ ਨੇ 3। ਅਤੇ ਮੈਂ ਕੀ ਹੋ ਗਿਆ, ਦਾ ਰੇਸ਼ੋ ਆਫ ਕਿਹਦੀ, ਬਨਾਨਾਸ ਟੂ ਮੌਂਕੀ, ਕਿ 7 ਬਨਾਨਾਸ ਨੇ 3 ਮੌਂਕੀ ਨੇ। ਜਾਂ ਇੱਦਾਂ ਕਹਿ ਸਕਦੇ ਹਾਂ 7 ਬਨਾਨਾ, ਖਾਣ ਵਾਲੇ ਕਿੰਨੇ ਨੇ 3 ਨੇ। ਠੀਕ ਹੈ ਜੀ, ਕਲੀਅਰ ਰਾਜੇ। ਤਾਂ ਇੱਦਾਂ ਦੇਖੋ ਰੇਸ਼ੋ ਹੁੰਦੀ ਆ, ਕੋਈ ਵੀ ਵੈਲਿਊ ਕਿਸੇ ਦੇ ਮਤਲਬ ਸਟੇਟਮੈਂਟ ਡਾਇਰੈਕਟ ਵੀ ਦਿੱਤੀ ਜਾ ਸਕਦੀ ਆ ਕਿ ਬॉयज़ ਟੂ ਗਰਲਸ ਕੱਢ ਲਓ, ਜਾਂ ਗਰਲਸ ਟੂ ਬॉयज़ ਰੇਸ਼ੋ ਕੱਢੋ। ਉਹ ਅੱਗੇ ਕਾਫੀ ਵਾਰ ਕੁਐਸਚਨ ਪੇਪਰਾਂ 'ਚ ਰਿਪੀਟ ਹੁੰਦੇ ਆ। ਹੁਣ ਆਪਾਂ ਗੱਲ ਕਰਦੇ ਹਾਂ ਪ੍ਰਪੋਰਸ਼ਨ ਦੀ। ਪ੍ਰਪੋਰਸ਼ਨ ਵੀ ਅਨੁਪਾਤ ਹੀ ਹੁੰਦਾ, ਪਰ ਆਪਾਂ ਨੂੰ ਲਿਖਣ ਦਾ ਢੰਗ ਕੀ ਹੁੰਦਾ, ਜਦੋਂ ਮੰਨ ਲਓ 2 ਰੇਸ਼ੋ ਹੋ ਗਈਆਂ, ਜਦੋਂ 2 ਰੇਸ਼ੋ ਇਕੁਅਲ ਨੇ, ਉਹਨਾਂ ਨੂੰ ਆਪਾਂ ਕਿਵੇਂ ਲਿਖ ਸਕਦੇ ਹਾਂ, A ਰੇਸ਼ੋ B = C ਰੇਸ਼ੋ D। ਕਿਉਂ ਕਹਿੰਦਾ, ਦੇਖੋ A ਅਤੇ B ਦੀ ਰੇਸ਼ੋ ਕਿੰਨੀ ਸੀਗੀ 2:6, ਅਤੇ C ਅਤੇ D ਕਿੰਨੀ ਸੀਗੀ 1:3। ਇਹ ਇਕੁਅਲ ਨੇ। ਕਿਉਂ ਇਕੁਅਲ ਨੇ, ਦੇਖੋ 2 ਅਤੇ 6 ਨੂੰ ਅਗਰ ਆਪਾਂ ਡਿਵਾਈਡ ਕਰੀਏ 2 ਦੇ ਟੇਬਲ 'ਤੇ, 2 ਦੇ ਪਹਾੜੇ 'ਤੇ ਲੈ ਕੇ ਜਾਈਏ, 2 × 2 ਅਤੇ 2 × 6, ਅਤੇ ਕਿੰਨੇ ਹੋ ਗਏ 1:3 ਹੋ ਗਈ। ਠੀਕ ਆ, ਤਾਂ A ਅਤੇ B ਦੀ ਰੇਸ਼ੋ 1:3, C ਦੀ ਰੇਸ਼ੋ D ਰੇਸ਼ੋ ਕਿੰਨਾ 1:3। ਤਾਂ ਦੋਨੇ ਕੀ ਹੋ ਗਏ, ਇਕੁਅਲ ਹੋ ਗਏ, ਤਾਂ ਕੀ ਹੋ ਗਏ, ਪ੍ਰਪੋਰਸ਼ਨ ਹੋ ਗਏ। ਠੀਕ ਹੈ, ਇਹਨੂੰ ਆਪਾਂ ਫਰੈਕਸ਼ਨ 'ਚ ਵੀ ਲਿਖ ਸਕਦੇ ਹਾਂ, A/B = C/D। ਜਿਵੇਂ 2/6 = 1/3, ਤਾਂ ਆਪਾਂ ਕੱਢ ਸਕਦੇ ਹਾਂ 2 × 2, 2 × 6, ਅਤੇ ਦੋਨੇ ਕੀ ਹੋ ਗਏ, ਬਰਾਬਰ ਹੋ ਗਏ।
ठीक है। A रेशो B ਤੇ B रेशो C ਕਿੰਨੀ C रेशो D ਕੀ ਹੋ ਗਏ ਬਰਾਬਰ ਹੋ ਗਏ। ਇਹਨੂੰ ਕੀ ਬਣਦੇ ਆ ਕੀ ਬੋਲਦੇ ਆ ਪ੍ਰੋਪੋਰਸ਼ਨ ਬੋਲਦੇ ਆ। ਠੀਕ ਹੈ। ਹੁਣ ਆਪਾਂ ਚੈੱਕ ਵੀ ਕਰ ਸਕਦੇ ਹਾਂ ਪ੍ਰੋਪੋਰਸ਼ਨ ਹੈਗੇ ਕਿ ਨਹੀਂ ਹੈਗੇ। ਉਹਦੇ ਵਾਸਤੇ ਕੀ ਕਰਨਾ ਪੈਂਦਾ ਰਾਜੇ, ਜਿਹੜੇ ਉਹਦੇ ਬਾਹਰ ਵਾਲੇ ਐਂਡ ਹੁੰਦੇ ਆ, ਜਿਹੜੇ ਬਾਹਰ ਵਾਲੇ ਨੰਬਰ ਹੁੰਦੇ ਆ ਜਿਵੇਂ A ਤੇ D, ਇਹਨੂੰ ਬੋਲਦੇ ਆ ਐਕਸਟ੍ਰੀਮ ਐਂਡ। ਐਕਸਟ੍ਰੀਮ ਦਾ ਮਤਲਬ ਹੁੰਦਾ ਜਿਹੜੇ ਐਂਡ ਵਾਲੇ। ਠੀਕ ਹੈ। ਤੇ ਜਿਹੜੇ ਸੈਂਟਰ ਵਾਲੇ ਹੋਣਗੇ ਉਹਨੂੰ ਕੀ ਬੋਲਾਂਗੇ ਮਿਡ ਕਹਿ ਸਕਦੇ ਹਾਂ, ਸੈਂਟਰ ਕਹਿ ਸਕਦੇ ਹਾਂ ਨਾ B ਤੇ C, ਤੇ ਜਿਹਨੂੰ ਆਪਾਂ ਮੀਨ ਵੀ ਕਹਿ ਸਕਦੇ ਹਾਂ। ਠੀਕ ਹੈ। ਹੁਣ ਕੀ ਹੋਊਗਾ ਰਾਜੇ, ਜਿਹੜੇ ਮੀਨ ਹੋਣਗੇ ਨਾ ਉਹ ਆਲਵੇਜ਼ ਇਕੁਅਲ ਹੋਣਗੇ ਸਟਰੀਮ ਦੇ। ਜਿਹੜਾ B ਤੇ C ਦੀ ਵੈਲਿਊ ਅਗਰ ਹੋਊਗੀ ਉਹ ਕਿਹਦੇ ਇਕੁਅਲ ਹੋਊਗੀ A ਤੇ D ਦੇ ਇਕੁਅਲ ਹੋਊਗੀ। ਉਹ ਕਿਵੇਂ ਹੋਊਗੀ ਉਹ ਆਪਾਂ ਚੈੱਕ ਕਰਦੇ ਹਾਂ ਅਗਲੀ ਸਲਾਈਡ ਦੇ ਵਿੱਚ ਰਾਜੇ। ਦੇਖੋ ਜਦੋਂ ਆਪਾਂ ਮੰਨ ਲਓ ਜਦੋਂ ਵੀ A ਰੇਸ਼ੋ B ਦਿੱਤਾ ਹੋਇਆ ਤੇ ਠੀਕ ਹੈ A ਰੇਸ਼ੋ B ਤੇ C ਰੇਸ਼ੋ D ਦਿੱਤਾ ਹੋਇਆ। ਠੀਕ ਹੈ। ਜਦੋਂ ਆਪਾਂ ਨੂੰ ਫਰੈਕਸ਼ਨ ਦੇ ਵਿੱਚ ਲਿਖ ਲਿਆ ਤਾਂ ਇਹਨੂੰ ਆਪਾਂ ਚੈੱਕ ਕਰਨ ਦਾ ਤਰੀਕਾ ਕੀ, ਇਹਨੂੰ ਕ੍ਰੋਸ ਮਲਟੀਪਲਾਈ ਕਰ ਦੇਣਾ ਹੈ। ਕੀ ਕਰ ਦੇਣਾ ਕ੍ਰੋਸ ਮਲਟੀਪਲਾਈ। ਤੇ 3 ਗੁਣਾ 24 ਹੋ ਗਿਆ, 6 ਗੁਣਾ 12 ਹੋ ਗਿਆ, ਤੇ 24 ਤੀਆ ਕਿੰਨਾ ਹੁੰਦਾ ਆਪਾਂ ਨੂੰ ਪਤਾ 72, ਤੇ ਬਾਹਰੋਂ 6 ਕਿੰਨਾ ਹੁੰਦਾ 72। 72 ਇਜ਼ ਇਕੁਅਲ ਟੂ 72। ਇਹਦਾ ਮਤਲਬ ਕੀ ਹੈ ਪ੍ਰਪੋਰਸ਼ਨ ਨੇ ਦੋਨੇ ਰੇਸ਼ੋ ਕੀ ਹੈਗੀਆਂ ਨੇ ਇਕੁਅਲ ਹੈਗੀਆਂ। ਠੀਕ ਹੈ ਰਾਜੇ, ਸਮਝ ਆ ਰਿਹਾ ਰੇਸ਼ੋ ਤੇ ਪ੍ਰਪੋਰਸ਼ਨ ਦਾ ਕੀ ਮਤਲਬ ਹੈ ਗਿਆ। ਦੇਖੋ ਦੋਨੇ ਵਰਡ ਦਾ ਮੀਨਿੰਗ ਬਾਅਦ ਚੱਲ ਗਿਆ, ਰੇਸ਼ੋ ਕੀ ਹੁੰਦੀ ਆ ਪ੍ਰਪੋਰਸ਼ਨ ਕੀ ਹੁੰਦੀ ਆ। ਚੈੱਕ ਕਿਵੇਂ ਕਰਦੇ ਉਹ ਵੀ ਮੈਂ ਤੁਹਾਨੂੰ ਦੱਸਤਾ। ਹੁਣ ਆਪਾਂ ਗੱਲ ਕਰਦੇ ਹਾਂ ਵੀ ਜਿਹੜੀ ਰੇਸ਼ੋ ਆਪਾਂ ਉਹਨੂੰ ਕਿਵੇਂ ਯੂਜ਼ ਕਰ ਸਕਦੇ ਹਾਂ ਕਿਸੇ ਵੀ ਸਟੇਟਮੈਂਟ ਵਾਲੇ ਕੁਐਸਚਨ ਦੇ ਵਿੱਚ। ਇਹ ਮੈਂ ਪੂਰੀ ਸੀਰੀਜ਼ ਕਰਾਊਂਗਾ, ਜਸਟ ਤੁਹਾਨੂੰ ਇੱਕ ਆਈਡੀਆ ਦੇਣ ਵਾਸਤੇ ਕੁਐਸਚਨ ਲੈ ਕੇ ਆਇਆ। ਜਦੋਂ ਆਪਾਂ ਟਾਈਮ ਐਂਡ ਡਿਸਟੈਂਸ ਟਾਈਮ ਐਂਡ ਵਰਕ ਕਰਾਂਗੇ ਉਦੋਂ ਆਪਾਂ ਰੇਸ਼ੋ ਦੇ ਥਰੂ ਹੀ ਕਰਾਂਗੇ। ਦੇਖੋ ਇੱਕ ਵਾਰੀ ਆਪਾਂ ਰੇਸ਼ੋ ਕਰ ਲਿਆ ਤਾਂ ਰੇਸ਼ੋ ਵਾਲਾ ਚੈਪਟਰ ਵੀ ਹੋ ਜਾਊਗਾ, ਟਾਈਮ ਐਂਡ ਡਿਸਟੈਂਸ ਵੀ ਹੋ ਜਾਊਗਾ, ਟਾਈਮ ਐਂਡ ਵਰਕ ਵੀ ਹੋ ਜਾਊਗਾ। ਹੁਣ ਕੀ ਕਹਿੰਦਾ ਦੇਖੋ ਇਹਦੇ ਵਿੱਚ ਕਹਿੰਦਾ ਇੱਕ ਬੰਦਾ ਹੈ ਜੈਨੀ, ਕਹਿੰਦਾ ਜੈਨੀ ਰੇਨ ਮਤਲਬ ਰਨ ਕਰਦਾ ਪਿਆ 2 ਮੀਟਰ ਇਨ 3 ਸੈਕਿੰਡ। ਮਤਲਬ ਇੱਥੇ ਕੀ ਗੱਲ ਕਰ ਰਿਹਾ, ਇੱਕ ਤਾਂ ਡਿਸਟੈਂਸ ਦੀ ਗੱਲ ਕਰ ਰਿਹਾ ਜਾਂ ਉਹਨੂੰ ਮੀਟਰ ਕਹਿ ਦਿਓ, ਮੀਟਰ ਦੀ ਗੱਲ ਕਰ ਰਿਹਾ, ਇੱਕ ਕਰ ਰਿਹਾ ਸੈਕਿੰਡ ਦੀ ਗੱਲ ਕਰ ਰਿਹਾ। ਮਤਲਬ ਦੋ ਨੰਬਰ ਕੀ ਹੋ ਗਏ, ਇੱਕ ਮੀਟਰ ਹੋ ਗਿਆ ਇੱਕ ਸੈਕਿੰਡ ਹੋ ਗਿਆ। ਕਹਿੰਦਾ 2 ਮੀਟਰ ਕਿੰਨੇ ਸੈਕਿੰਡ 'ਚ ਰਨ ਕਰਦਾ 3 ਦੇ ਵਿੱਚ, ਤਾਂ 2:3 ਹੋ ਗਈ। ਠੀਕ ਹੈ। 2 ਮੀਟਰ ਕਿੰਨੇ 'ਚ ਕਰਦਾ 3 ਦੇ ਵਿੱਚ ਕਰਦਾ। ਕਹਿੰਦਾ ਹਾਊ ਲੌਂਗ ਕੈਨ ਸ਼ੀ ਟੇਕ। ਠੀਕ ਹੈ। ਉਹ ਕਹਿੰਦਾ ਵੀ ਉਹ ਕਿੰਨਾ ਟਾਈਮ ਲਊਗੀ ਜੇ ਉਹ 50 ਮੀਟਰ ਰਨ ਕਰੂਗੀ। ਤਾਂ ਆਪਣੇ ਕੋਲ ਕੀ ਦਿੱਤਾ ਹੋਇਆ 50 ਮੀਟਰ ਦਿੱਤਾ ਹੋਇਆ, ਲੇਕਿਨ ਆਪਾਂ ਟਾਈਮ ਕੱਢਣਾ ਮਿੰਟ ਕੱਢਣੇ ਫਿਰ। ਠੀਕ ਹੈ। ਮਿੰਟ ਕਹਿ ਲਓ ਜਾਂ ਸੈਕਿੰਡ ਕਹਿ ਲਓ। ਠੀਕ ਹੈ। ਮੀਟਰ ਦਿੱਤੇ ਹੋਏ ਆਪਾਂ ਨੂੰ ਤੇ ਆਪਾਂ ਕੀ ਕੱਢਣੇ ਸੈਕਿੰਡ ਕੱਢਣੇ ਆ ਮੀਟਰ ਦਿੱਤੇ ਹੋਏ ਆਪਾਂ ਨੂੰ ਤੇ ਆਪਾਂ ਕੀ ਕਰਨੇ ਸੈਕਿੰਡ ਕੱਢਣੇ, ਇਹਨੂੰ ਐਕਸ ਮੰਨ ਲਓ। ਠੀਕ ਹੈ। ਜਾਂ ਮੰਨ ਲਓ ਦੇਖੋ ਦੇਖੋ ਇਹਨੂੰ ਅਗਰ ਫਰੈਕਸ਼ਨ 'ਚ ਲਿਖਾਂਗੇ ਤਾਂ ਆਪਾਂ ਕੀ ਕੀਤਾ 2 ਮੀਟਰ ਕਿੰਨੇ 'ਚ ਕਰਦੀ ਆ ਉਹ 3 ਸੈਕਿੰਡ ਦੇ ਵਿੱਚ, ਤੇ 50 ਮੀਟਰ ਕਿੰਨੇ 'ਚ ਕਰੂਗੀ ਐਕਸ ਮੰਨ ਲਓ ਐਨ ਮੰਨ ਲਓ। ਠੀਕ ਹੈ। ਐਨ ਤਾਂ ਐਨ ਆਪਾਂ ਕੱਢਣਾ ਤੁਹਾਨੂੰ ਮੈਂ ਦੱਸਿਆ ਕਿਵੇਂ ਕੱਢਦੇ ਆ ਪ੍ਰਪੋਰਸ਼ਨ, ਦੋਨਾਂ ਨੂੰ ਇਕੁਅਲ ਰੱਖ ਲਓ। 2 ਗੁਣਾ ਐਨ ਇਕੁਅਲ ਟੂ ਕੀ ਹੋ ਗਿਆ 3 × 50। ਤਾਂ 50 ਤੀਆ ਕਿੰਨਾ 150, 150 ਡਿਵਾਈਡ ਬਾਈ 2 ਕਰ ਲਓ ਤਾਂ ਐਨ ਦੀ ਵੈਲਿਊ ਆ ਜੂਗੀ ਕਿੰਨੀ 75 ਸੈਕਿੰਡ। 75 ਸੈਕਿੰਡ ਦੇ ਵਿੱਚ ਕੀ ਕਰਦੀ ਆ ਉਹ 50 ਮੀਟਰ ਰਨ ਕਰਦੀ ਆ। ਦੇਖੋ ਦੋਨੇ ਵੈਲਿਊ ਸੇਮ ਸੀਗੀਆਂ, ਇੱਕ ਨਹੀਂ ਦਿੱਤੀ ਹੋਊਗੀ। ਠੀਕ ਹੈ। ਇਹਦੇ ਵਿੱਚ ਜਿਵੇਂ ਮੰਨ ਲਓ ਹੁਣ ਕੀ ਆ ਮੀਟਰ ਦਿੱਤੇ ਹੋਏ ਆ, ਕੀ ਪਤਾ ਕਿਸੇ ਵਿੱਚ ਟਾਈਮ ਦਿੱਤਾ ਹੋਵੇ ਮੀਟਰ ਕੱਢਣੇ ਹੋਣ। ਤਾਂ ਸਿੰਪਲ ਹੈ, ਬੇਸਿਕ ਮੈਥਡ ਉਹੀ ਹੈ, ਬਸ ਘੁਮਾ ਫਿਰਾ ਕੇ ਸਟੇਟਮੈਂਟ ਦਿੱਤੀ ਹੋਊਗੀ ਤੁਹਾਨੂੰ। ਠੀਕ ਹੈ। ਜਦੋਂ ਤੁਸੀਂ ਬੇਸਿਕ ਸਮਝ ਗਏ ਤਾਂ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਜਾਊਗਾ। ਹੁਣ ਆਹ ਦੇਖੋ ਆਹ ਕੁਐਸਚਨ ਬੜੇ ਆਉਂਦੇ ਆ ਵੀ ਕਲਾਸ ਦੇ ਵਿੱਚ ਇੰਨੇ ਬॉयਜ਼ ਆ ਇੰਨੇ ਗਰਲਸ ਆ, ਉਹਨਾਂ ਦੀ ਰੇਸ਼ੋ ਦੱਸੋ ਬॉयਜ਼ ਟੂ ਗਰਲਸ, ਗਰਲਸ ਟੂ ਬॉय। ਤਾਂ ਸਟੇਟਮੈਂਟ ਨੂੰ ਰਾਜੇ ਧਿਆਨ ਨਾਲ ਪੜ੍ਹਨਾ। ਕਈ ਬੱਚੇ ਕੀ ਕਰਦੇ ਸਟੇਟਮੈਂਟ ਦੇ ਵਿੱਚ ਹੀ ਗਲਤੀ ਕਰ ਦਿੰਦੇ, ਉਹਨਾਂ ਨੂੰ ਆਉਂਦਾ ਸਭ ਕੁਝ ਹੁੰਦਾ ਹੈ। ਹੁਣ ਤੁਸੀਂ ਪੜ੍ਹ ਲਓ, ਕਹਿੰਦਾ 1995 ਦੀ ਗੱਲ ਕਰ ਰਿਹਾ, ਮੰਨ ਲਓ ਕੋਈ ਸਟੇਟਮੈਂਟ ਦੇ ਰਿਹਾ, ਕਹਿੰਦਾ ਜਦੋਂ 120 ਗਰਲਸ ਵਰ ਐਨਰੋਲਡ ਇਨ ਏ ਸਰਟਨ ਐਲੀਮੈਂਟਰੀ ਸਕੂਲ। ਕਹਿੰਦਾ 1995 ਦੇ ਵਿੱਚ ਕੀ ਸੀਗਾ ਕਿਸੇ ਸਕੂਲ ਦੇ ਵਿੱਚ 120 ਗਰਲਸ ਕੀ ਕੀਤੀਆਂ ਐਡਮਿਸ਼ਨ ਲਈ, ਤੇ ਬੱਚਿਆਂ ਨੇ ਬॉयਜ਼ ਨੇ ਕਿੰਨੀਆਂ ਨੇ ਲਈਆਂ 100 ਨੇ ਲਈ। ਹੁਣ ਪੁੱਛ ਕੀ ਰਿਹਾ ਆਪਣੇ ਕੋਲੇ ਦੋ ਚੀਜ਼ਾਂ ਪੁੱਛ ਰਿਹਾ। ਦੇਖੋ ਪਹਿਲਾਂ ਕੀ ਪੁੱਛ ਰਿਹਾ ਵਾਟ ਵਾਜ਼ ਦਾ ਰੇਸ਼ੋ ਆਫ ਗਰਲਸ ਟੂ ਬॉय। ਕੀ ਪੁੱਛ ਰਿਹਾ ਗਰਲਸ ਟੂ ਬॉय। ਤਾਂ ਗਰਲ ਦੇ ਰੇਸ਼ੋ ਪੁੱਛ ਰਿਹਾ ਕਿਹਦੇ ਬॉयਜ਼ ਦੇ ਵਿੱਚ। ਤਾਂ ਵੈਲਿਊ ਧਿਆਨ ਨਾਲ ਭਰਨੀ ਆ। ਗਰਲਸ ਦੀ ਵੈਲਿਊ ਕਿੰਨੀ ਆ 120, ਬॉयਜ਼ ਦੀ ਕਿੰਨੀ ਆ 100। ਹੁਣ ਜੇ ਬॉयਜ਼ ਟੂ ਗਰਲ ਪੁੱਛ ਲੂਗਾ ਤਾਂ ਗਰਲ ਮਤਲਬ ਪਹਿਲਾਂ ਵੈਲਿਊ ਕੀ ਆ ਜੂਗੀ ਬॉयਜ਼ ਦੀ ਆ ਜੂਗੀ। ਪਹਿਲਾਂ ਕੀ ਪੁੱਛ ਲੂਗਾ ਬॉयਜ਼ ਟੂ ਗਰਲਸ ਪੁੱਛ ਲੂਗਾ ਤਾਂ ਪਹਿਲਾਂ ਵੈਲਿਊ ਕਿਹਦੀ ਆ ਜੂਗੀ ਬॉयਜ਼ ਦੀ ਫਿਰ ਗਰਲਸ ਦੀ। ਬਸ ਇੱਥੇ ਹੀ ਬੱਚੇ ਗਲਤੀ ਕਰਦੇ ਆ, ਇਹ ਗਲਤੀ ਆਪਾਂ ਨਹੀਂ ਕਰਨੀ, ਤਾਂ ਕਰਕੇ ਮੈਂ ਸਟੇਟਮੈਂਟ ਲੈ ਕੇ ਆਇਆ। ਜਿੱਥੋਂ 2 ਲਿਖਿਆ ਹੋਇਆ ਮਤਲਬ 2 ਕੀ ਆ ਬਟੇ 'ਚ ਆਊਗਾ, ਫਰੈਕਸ਼ਨ 'ਚ ਆਊਗਾ ਜਿਹੜਾ 2 ਲਿਖਿਆ ਹੋਇਆ। ਤਾਂ ਸਮਝ ਗਏ ਭਾਈ। ਤਾਂ ਇਹ ਚੀਜ਼ ਨਹੀਂ ਗਲਤੀ ਨਹੀਂ ਕਰਨੀਗੀ। ਹੁਣ ਦੇਖੋ ਕੁਐਸਚਨ ਆਉਂਦੇ ਕਿਵੇਂ ਆ ਰਾਜੇ। ਕੁਐਸਚਨ ਆਉਂਦਾ ਜਿਹੜਾ ਪੰਜਾਬ ਦੇ ਵਿੱਚ ਕੁਐਸਚਨ ਆਉਂਦਾ ਉਹ ਬੇਸਿਕ ਆਊਗਾ ਵਾਰ ਅਟੈਂਡੈਂਟ, ਬਿਲਕੁਲ ਬੇਸਿਕ ਮੈਥ ਲੈ ਕੇ ਮਤਲਬ ਮੇਰੇ ਹਿਸਾਬ ਨਾਲ ਬੇਸਿਕ ਮੈਥ ਹੀ ਆਊਗਾ ਵਾਰ ਅਟੈਂਡੈਂਟ ਦੇ ਵਿੱਚ। ਕਹਿੰਦਾ ਜਿਵੇਂ ਕੁਐਸਚਨ ਦਿੱਤਾ ਹੋਇਆ, ਕਹਿੰਦਾ A ਰੇਸ਼ੋ B ਕਿੰਨਾ ਦਿੱਤਾ 5:9, B ਰੇਸ਼ੋ C ਕਿੰਨਾ ਦਿੱਤਾ 4:7। ਕੱਢਣਾ ਕੀ ਕਹਿੰਦਾ A ਰੇਸ਼ੋ B ਰੇਸ਼ੋ C ਕੱਢੋ। ਦੇਖੋ ਰਾਜੇ ਹੁਣ ਇਦਾਂ ਦੇ ਕੁਐਸਚਨ ਸਮਝਾਉਣ ਵਾਸਤੇ ਤੁਹਾਨੂੰ ਮੈਂ ਲੈ ਕੇ ਚੱਲਦਾ ਮਤਲਬ ਇਹਦੇ ਨਾਲ ਹੀ ਅਗਲਾ ਪਾਰਟ ਹੈ, ਇਹਦੇ ਵਿੱਚ ਹੀ ਵੀਡੀਓ ਦੇ ਮੈਂ ਤੁਹਾਨੂੰ ਵਾਈਟ ਪੇਪਰ ਦੇ ਉੱਪਰ ਸਮਝਾਉਣਾ ਹੈ। ਠੀਕ ਹੈ। ਜੇ ਇੱਥੇ ਸਮਝਾਊਂਗਾ ਤੁਹਾਨੂੰ ਜ਼ਿਆਦਾ ਕਲੀਅਰ ਨਹੀਂ ਹੋਊਗਾ, ਰਿਸੋਰਸਿਸ ਦੀ ਕਮੀ ਹੈ ਥੋੜ੍ਹੀ ਜਿਹੀ ਰਾਜੇ, ਪਲੀਜ਼ ਐਡਜਸਟ ਕਰ ਲਓ। ਹੌਲੀ ਹੌਲੀ ਆਪਾਂ ਸਭ ਕੁਝ ਕਰਾਂਗੇ। ਠੀਕ ਹੈ। ਤੇ ਜੇ ਮੰਨ ਲਓ ਤੁਹਾਨੂੰ ਕਿਸੇ ਵੀ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਕਮੈਂਟ ਬਾਕਸ 'ਚ ਲਿਖ ਸਕਦੇ ਹੋ, ਜਾਂ ਆਪਣਾ ਟੈਲੀਗ੍ਰਾਮ ਗਰੁੱਪ ਹੈ ਉਹ ਜੁਆਇਨ ਕਰ ਲਿਓ, ਉਹਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਪਿਆ, ਤੇ ਉੱਥੇ ਜਾ ਕੇ ਵੀ ਮੇਰੇ ਤੋਂ ਪੁੱਛ ਸਕਦੇ ਹੋ, ਤੇ ਉਹ ਮੈਂ ਕੁਐਸਚਨ ਅਗਲੀ ਵਾਰ ਰਿਪੀਟ ਕਰ ਦੂੰਗਾ। ਠੀਕ ਹੈ ਰਾਜੇ। ਤਾਂ ਆਪਾਂ ਜਲਦੀ ਮਿਲਾਂਗੇ ਦੂਸਰੀ ਵੀਡੀਓ ਦੇ ਨਾਲ।
ठीक है रेशो दी दूसरी वीडियो के नाल। ठीक है तद तक धन्यवाद राजे सब का। ठीक है तो वीडियो में देखते रहो, चैनल में लाइक करो, शेयर करो, सबसक्राइब करो। हाँ जी राजे आप रेशो स्टार्ट कर रहे हैं। रेशो जो चैप्टर है बड़े ध्यान नाल करने वाला है क्योंकि बाकी सारे चैप्टर ये उत्ते डिपेंडेंट ने। जे तुहानूं रेशो वधिया तरीके नाल आ गई ना तो तुसी टाइम एंड डिस्टेंस हो गया, टाइम एंड वर्क हो गया, कोई भी टॉपिक ईजिली कर लोगे। तो रेशो तो परसेंटेज तां ही मैं स्टार्ट करवाया क्योंकि सारा मैथ बेस मैथ का यही है। हुण देखो आपां नूं जिवें क्वेश्चन गिवन है ए रेशो बी कितना कहता 5:9 आ, बी रेशो सी कितना 4:7 तो फाइंड की करना कहता ए रेशो बी रेशो सी। जे आप पंजाबी च गल करिए कहता ए तो बी का अनुपात कितना दिता 5:9 तो बी तो सी का अनुपात कितना दिता 4:7। तो ए तो बी तो सी का अनुपात पता करो है ना। देखो राजे सारे पेपरों की कॉमन तैयारी कराया करो, जरूरी नहीं कि वार्ड अटेंडेंट वास्ते तैयारी करनी। तो पेपर दोनों भाषा के आता इंग्लिश तो पंजाबी के। तो जे आप मान लो भी ਜਿਹੜੇ बंदा इंग्लिश तैयारी कर रहा तो पंजाबी तो ईजिली अटैम्प्ट कर लूगा। हुण देखो ये आप कढ़ना किवें आ, ये सारा कुछ तुसी सिंपल की लिख लेना ए रेशो बी रेशो सी जिहड़ी चीज़ आप कढ़नी है ना। ठीक है उस तो बाद ए रेशो बी किन्नी गिवन आपां नूं 5:9 गिवन है ना ए रेशो बी। ठीक है तो बी रेशो सी किन्नी गिवन आपां नूं 4:7। तो बी एक कॉमन है दोवां दे विच, तो इत्थे 4 बी कॉमन ही आऊगा। बी की वैल्यू किन्नी 4 है तो सी की वैल्यू किन्नी है 7 है। ठीक है जो तक तुसीं ये सारा लिख लिया उस तो बाद तुसीं की करना एक लाइन मार लैनी है इत्थे। ठीक है हुण देखो इनू करन दा मैथड की है, शॉर्टकट मैथड की तरीका है वास्ते अपने को की है एक खाली थां ए पई है, एक खाली थां ए पई है, ये थां आपां की करनी है भरनी है। हुण इनू भरन दा तरीका की है जिहड़ा नंबर इत्थे होऊगा उहनूं बस सेम नंबर की करना है इत्थे लिख देना तुसीं। जिहड़ा नंबर इत्थे होऊगा सेम नंबर तुसीं लिख देना इत्थे। ये तो भरिया होया हुण खाली किहड़ा रह गया ए नंबर। हुण इत्थे जिहड़ा नंबर होया उहनूं मूव करा दो किधर नूं इधर नूं, तो मूव कराता तुसीं। देखो 9 नूं इधर करता 4 नूं इधर करता सेम नंबर लिख देना है बस अपना काम हो गया। ही शॉर्टकट मैथड है, इनू की कर देना हुण आपस में गुणा कर देना आपां। ठीक है गुणा सब नूं करनी आंदी है 4 5 20 है ना। 4 × 5 20 हुंदा है, 4 9 × 4 कितना हुंदा 36, 4 9 36 तो 7 × 9 कितना हुंदा 63 है ना, 7 9 63। तो ये अपना आंसर आ गया। तो मोस्ट प्रोबेबली आंसर की होगा इदा ही गिवन होगा। ठीक है जे डिवाइड होंदे हुए तो सारे डिवाइड होंगे, जे नहीं डिवाइड होंदे तो नहीं, मतलब कोई भी अक्षर डिवाइड नहीं होगा, कोई भी अनुपात डिवाइड नहीं होगा। तो एक ही आ गया अपना आंसर आ गया। ठीक है जी क्लीयर सब नूं, बहुत सौखा तरीका सीगा। वीडियो नूं रिपीट कर लिओ जां वीडियो नूं स्लो कर लिओ। एक प्रश्न आपां होर देखते हैं क्वेश्चन ए रेशो बी 3:4 है, बी रेशो सी गिवन आपां नूं 8:9। ठीक है बी रेशो सी कितना 8:9, ए तो सी की कढ़नी आ। तो देखो चाहे जो मर्जी पूछी जाए, ठीक है चाहे ए सी की पूछ लवे, ठीक है बी सी की पूछ लवे, बी सी तो ऑलरेडी गिवन है। तो आप मैथड सारा सेम रखना है। आप की करना है ए रेशो बी रेशो सी। ठीक है सेम रखना अपना सारा कुछ ए रेशो बी रेशो सी। हुण ए रेशो बी रेशो कितना गिवन है 3:4। ठीक है तो बी रेशो सी कितना गिवन है 8:9, कितना गिवन है 8:9 गिवन है। तो थोड़ा मैं की दस्या मैथड के बाद इस तो बाद की कर दो इत्थे लाइन लगा दो। ठीक है लाइन लगाने तो बाद की करना जिथे खाली थां उत्थे भरनी है। हुण खाली थां कित्थे है, एक इत्थे है एक इत्थे है ना ब्लैंक स्पेस। तो नंबर किहड़ा आएगा जिहड़ा उसदे बिल्कुल सामने होएगा 4। तो इत्थे नंबर की आएगा 8। बस उस तो बाद की करना है दोवां नूं मल्टीप्लाई कर देना सारिਆਂ नूं। ठीक है 8 × 3 कितना हुंदा 24 तो 8 × 4 कितना हुंदा 32, 9 × 4 कितना हुंदा 36। ओके राजे ये तो हो गया ए रेशो बी रेशो सी आ गया। ठीक है एक ही आ गया ए रेशो बी रेशो सी आ गया। पर आंसर के की पूछा उन्होंने आपां नूं, आंसर की पूछ रहा है ए रेशो सी। तो सिंपल है ए की वैल्यू तो सी की वैल्यू भर देनी है। हुण आपां कढ़ना की है ए रेशो सी कढ़नी है। तो आपां ए की वैल्यू कितनी सी राजे 24 तो बी की कितनी सी सॉरी सी की कितनी सी 36। तो ए रेशो सी कढ़ना देखो हुण दोनों डिवाइड हो रहे हैं ना। ठीक है तो किते तो हो जाएंगे डिवाइड। ठीक है तुसीं इहनूं कर सकते हो 6 × 4 6 × 6। ठीक है तो 4:6 आ गया। तो इसनूं फर्दर भी कर सकते हो। ठीक है 2:3 दे विच। तो जो भी आंसर तुसीं पेपर के ऑप्शन होएगा 4:6 भी हो सकता है, 2:3 भी हो सकता है, 24:36 भी हो सकता है। तो देखो इस तो बाद डिवाइड हो नहीं सकते। तो फाइनल ये तो होएगा ही होएगा 2:3। ठीक है 2 × 2 4 2 3 6। ठीक है
ਤਾਂ ਸਮਝ ਆ ਗਿਆ ਰਾਜੇ, ਚਾਹੇ A/C ਪੁੱਛ ਲਵੇ ਚਾਹੇ, ਠੀਕ ਹੈ। ਤੇ ਜੇ D ਵਾਲਾ ਆਊਗਾ ਤਾਂ A/D ਵੀ ਪੁੱਛ ਸਕਦਾ ਹੈ। ਤਾਂ ਤੁਸੀਂ ਇਹ ਚੀਜ਼ ਸਮਝ ਗਏ ਹੋਵੋਗੇ ਬਹੁਤ ਵਧੀਆ ਤਰੀਕੇ ਦੇ ਨਾਲ, ਠੀਕ ਹੈ ਰਾਜੇ। ਹੁਣ ਆਪਾਂ ਅਗਲਾ ਕੁਐਸਚਨ ਕਰਦੇ ਹਾਂ। ਹੁਣ ਅਗਲਾ ਕੁਐਸਚਨ ਕੀ ਕਹਿੰਦਾ, ਉਹ ਆਪਣੇ ਕੋਲੇ 4 ਫੈਕਟਰ ਗਿਵਨ ਨੇ, ਠੀਕ ਹੈ। 4 ਫੈਕਟਰ ਗਿਵਨ ਕਿਹੜੇ ਨੇ, ਕਹਿੰਦਾ A/B ਕਿੰਨਾ ਦਿੱਤਾ ਹੋਇਆ ਆਪਾਂ ਨੂੰ 3/4, ਤੇ B/C ਕਿੰਨਾ ਦਿੱਤਾ ਹੋਇਆ ਆਪਾਂ ਨੂੰ 8/9, ਤੇ C/D ਕਿੰਨਾ ਦਿੱਤਾ ਹੋਇਆ 4/5। ਹੁਣ ਕੱਢਣਾ ਕੀ ਆ, A/B/C/D ਕੱਢਣੀ ਆ, ਠੀਕ ਹੈ। ਤੇ ਦੂਸਰਾ ਕੀ ਕੱਢਣਾ, A/D ਕੱਢਣੀ ਆ। ਦੇਖੋ ਸਾਰਾ ਮੈਥਡ ਸੇਮ ਹੈ, ਬਸ ਕੀ ਹੋਇਆ ਇੱਥੇ ਇੱਕ ਫੈਕਟਰ ਵੱਧ ਗਿਆ, ਤਰੀਕਾ ਸਾਰਾ ਸੇਮ ਹੈ। ਕੀ ਕਰਨਾ ਹੁਣ ਆਪਾਂ ਇੱਥੇ ਲਿਖ ਲੈਣਾ A/B/C/, ਤਾਂ ਹੁਣ ਪਹਿਲਾਂ C ਤੱਕ ਹੁੰਦਾ ਸੀ, ਹੁਣ ਕੀ ਹੋ ਗਿਆ, ਇੱਕ ਰੇਸ਼ੋ ਹੋਰ ਹੋ ਗਈ, ਉਹ ਕਿਹੜੀ ਹੋ ਗਈ, D ਹੋ ਗਈ, ਠੀਕ ਹੈ। ਹੁਣ A/B ਕਿੰਨਾ ਗਿਵਨ ਹੈ 3/4, ਠੀਕ ਹੈ। ਥੋੜ੍ਹਾ ਜਿਹਾ ਧਿਆਨ ਨਾਲ ਕਰਨਾ, ਜਿੰਨਾ ਵੱਡਾ ਹੋ ਜਾਊਗਾ ਕੰਪਲੀਕੇਟਡ ਹੋ ਜਾਊਗਾ, ਤਾਂ ਇਸ ਤੋਂ ਵੱਡਾ ਨਹੀਂ ਆਏਗਾ, A/B/C/D ਤੱਕ ਹੀ ਆਏਗਾ। ਤੇ B/C ਕਿੰਨਾ ਗਿਵਨ ਆਪਾਂ ਨੂੰ 8/9 ਗਿਵਨ ਹੈ, ਠੀਕ ਹੈ। ਹੁਣ C/D ਕਿੰਨਾ ਗਿਵਨ ਹੈ, C ਦੇ ਥੱਲੇ ਕੀ ਆਊਗਾ 4, ਤੇ D ਦੇ ਥੱਲੇ ਕਿੰਨਾ ਆ ਜਾਊਗਾ 5। ਤੇ ਤੁਹਾਨੂੰ ਮੈਂ ਮੈਥਡ ਦੱਸਿਆ, ਇੱਥੇ ਕੀ ਕਰ ਦੇਣੀ, ਤੁਸੀਂ ਲਾਈਨ ਮਾਰ ਦੇਣੀ ਹੈ। ਹੁਣ ਦੇਖੋ ਬਲੈਂਕ ਸਪੇਸ ਕਿੰਨੇ ਹੋ ਗਏ, 1 2, ਇੱਕ ਇਹ ਵੀ 3, ਇੱਕ ਆ 4, ਇੱਕ 5 ਤੇ 6, ਇਹ ਸਾਰੇ ਬਲੈਂਕ ਸਪੇਸ ਨੇ। ਹੁਣ ਖਾਲੀ ਥਾਂ ਭਰਨੀ ਹੈ, ਤੁਹਾਨੂੰ ਪਤਾ ਇੱਥੇ ਜਿਹੜਾ ਸੇਮ ਨੰਬਰ ਹੋਊਗਾ ਉਹੀ ਭਰੀ ਜਾਣਾ, 4 4, ਇੱਥੇ ਕਿਹੜਾ ਸੇਮ ਨੰਬਰ ਹੈ 9, ਇੱਥੇ ਕਿਹੜਾ ਸੇਮ ਨੰਬਰ ਹੈ 8, ਇੱਥੇ ਕਿਹੜਾ ਸੇਮ ਨੰਬਰ ਹੈ 4 4, ਠੀਕ ਹੈ। ਹੁਣ ਕੀ ਕਰਨਾ, ਤਿੰਨਾਂ ਨੂੰ ਮਲਟੀਪਲਾਈ ਕਰਨਾ, ਪਹਿਲਾਂ 8 ਨੂੰ 3 ਨਾਲ ਕਰ ਲਓ, ਇਹਨੂੰ ਇਹਦੇ ਨਾਲ ਕਰ ਲਓ, ਠੀਕ ਹੈ। ਇਹ ਤੁਸੀਂ ਸਿੰਪਲ ਤੁਸੀਂ ਕੀ ਕਰਨਾ, ਮਲਟੀਪਲੀਕੇਸ਼ਨ ਕਰ ਦੇਣੀ ਆ। ਪਰ ਆਪਾਂ ਪੇਪਰ ਦੇ ਵਿੱਚ ਕੀ ਕਰਨਾ, ਟਾਈਮ ਸੇਵ ਕਰਨਾ ਹੈ ਨਾ, ਜਲਦੀ ਤੋਂ ਜਲਦੀ ਆਪਾਂ ਕੀ ਕਰਨਾ, ਤਾਂ ਇਹਦਾ ਇੱਕ ਮੈਥਡ ਹੁੰਦਾ, ਆਪਾਂ ਇਹਨੂੰ ਕੱਟ ਵੀ ਸਕਦੇ ਹਾਂ, ਪਰ ਇਹ ਆ ਕਿ ਧਿਆਨ ਨਾਲ ਕੱਟਣਾ। ਜਿਵੇਂ 4 ਇੱਥੇ ਵੀ ਹੈ, 4 ਇੱਥੇ ਵੀ ਹੈ, ਤਾਂ 4 ਉੱਪਰ ਵੀ ਹੈ, 4 ਉੱਪਰ ਵੀ ਹੈ, ਬਸ ਇਸ ਤੋਂ ਜ਼ਿਆਦਾ ਨਹੀਂ ਕੱਟ ਸਕਦੇ ਆਪਾਂ, ਠੀਕ ਹੈ। ਹੁਣ ਦੇਖੋ ਇਹ 4 ਕੱਟਿਆ ਗਿਆ, ਇਹ ਕੀ ਰਹਿ ਗਿਆ 8, ਇਹ ਹੈਗਾ 3, 8 ਤੀਆ ਕਿੰਨਾ ਹੁੰਦਾ 24, ਠੀਕ ਹੈ ਜੀ। ਹੁਣ ਇੱਥੇ ਕੀ ਬਚਿਆ 8 × 4, 8 ਚੌਕਾ ਕਿੰਨਾ ਹੁੰਦਾ 32, ਠੀਕ ਹੈ। ਅੱਗੇ ਕੀ ਬਚਿਆ 9 × 4, 4 ਨਾਲ ਕਿੰਨਾ ਹੁੰਦਾ 36, ਤੇ ਲਾਸਟ ਕੀ ਬਣਿਆ 9 × 5 45। ਓਕੇ, ਇੱਕ ਵਾਰੀ ਇੰਗਲਿਸ਼ ਰਿਪੀਟ ਕਰ ਦਿੰਦਾ, 8 × 3 ਕਿੰਨਾ 24, 8 × 4 32, 9 × 4 36, 9 × 5 ਕਿੰਨਾ ਹੋਗਾ 45। ਤਾਂ ਇਹ ਰਾਜੇ ਕੀ ਆ ਗਿਆ, ਆਪਣਾ ਆਨਸਰ ਆ ਗਿਆ A/B/C/D, ਠੀਕ ਹੈ। ਪਹਿਲਾ ਆਪਣਾ ਕੀ ਹੋ ਗਿਆ, ਫਾਈਂਡ ਕੀ ਕਰਨਾ ਸੀ ਆਪਾਂ, A/B/C/D ਕਰਨਾ ਸੀਗਾ, ਠੀਕ ਹੈ। ਹੁਣ ਅਗਲਾ ਕੀ ਕਹਿ ਰਿਹਾ ਆਪਾਂ ਨੂੰ, A/D ਫਾਈਂਡ ਕਰਨੀ ਹੈ। ਜਦੋਂ ਆਪਾਂ ਇੱਕ ਵਾਰੀ ਆਹ ਫਾਈਂਡ ਕਰ ਲਿਆ, A/B/C/D ਕਰ ਲਿਆ, ਠੀਕ ਹੈ, ਤਾਂ ਸਿੰਪਲ ਆਪਾਂ ਕੀ ਆ, ਹੁਣ ਆਪਾਂ ਕੀ ਕਰਨਾ, ਇਹਦੇ ਵਿੱਚ A ਤੇ D ਦੀ ਵੈਲਿਊ ਭਰ ਦੇਣੀ ਆ। A ਤੇ D ਦੀ ਵੈਲਿਊ ਭਰ ਦਿਓ। A ਦੀ ਵੈਲਿਊ ਕਿੰਨੀ ਆ 24, ਤੇ D ਦੀ ਕਿੰਨੀ ਆ 45, ਠੀਕ ਹੈ। ਤਾਂ ਇਹ ਆਪਣਾ ਆਨਸਰ ਆ ਗਿਆ, A/D ਆ ਗਿਆ। ਫਰਦਰ ਅਗਰ ਡਿਵਾਈਡ ਕਰਨਾ, ਕੱਟਣਾ ਕੱਟ ਵੀ ਸਕਦੇ ਹੋ, ਠੀਕ ਹੈ। ਉਹ ਅਕੋਰਡਿੰਗ ਟੂ ਆਪਸ਼ਨ ਦੇਖ ਲਿਆ ਕਰੋ, ਜੋ ਪੇਪਰ 'ਚ ਆਪਸ਼ਨ ਹੋਏਗੀ, ਜੇ ਕੱਟਣਾ ਤਾਂ ਕੱਟ ਵੀ ਸਕਦੇ ਹੋ ਉਹਨੂੰ, ਹੈ ਨਾ, ਠੀਕ ਹੈ। ਕਲੀਅਰ 8 ਤੇ ਕੱਟ ਸਕਦੇ ਹੋ, ਹੈ ਨਾ, ਠੀਕ ਹੈ। 8 ਤੇ ਕੱਟ ਲਓ, ਸੌਰੀ 3 ਤੇ ਕੱਟ ਲਓ, ਚਾਹੇ, ਠੀਕ ਹੈ। ਜਿਹੜੇ ਵੀ ਮਤਲਬ ਟੇਬਲ 'ਤੇ ਜਾ ਰਿਹਾ ਉਹ 'ਤੇ ਕੱਟ ਲਿਓ, ਠੀਕ ਹੈ। ਕਲੀਅਰ ਹੈ ਰਾਜੇ। ਅਗਰ ਮੈਂ 3 ਤੇ ਕੱਟਦਾ, ਦੇਖੋ 3 ਤੇ ਕੱਟ ਕੇ ਦੇਖ ਲਓ, 3 8 24, ਠੀਕ ਹੈ। 3 × 3 ਤੇ 3 5 ਕਿੰਨਾ ਹੁੰਦਾ 15, 8/15 ਇਹਦਾ ਕੀ ਆ ਗਿਆ, ਆਨਸਰ ਆ ਗਿਆ, ਠੀਕ ਹੈ।